तो साध संगत जी आओ ਆਪਾਂ ਅਗਲਾ ਸਵਾਲ ਕਰਦੇ ਹਾਂ। ਮੈਂ ਵੀਰ ਐਮਪੀ ਸਿੰਘ ਨੂੰ ਬੇਨਤੀ ਕਰ ਰਿਹਾ ਕਿ ਸਾਧ ਸੁਰਜੀਤ ਸਿੰਘ ਜੀ ਨੇ ਕੁਝ ਤੁਕਾਂ ਬਾਣੀ ਦੀਆਂ ਭੇਜੀਆਂ ਸਨ, ਉਹਨਾਂ ਬਾਰੇ ਉਹ ਕੁਝ ਜਾਣਨਾ ਚਾਹੁੰਦੇ ਨੇ। ਮੈਂ ਐਮਪੀ ਸਿੰਘ ਨੂੰ ਬੇਨਤੀ ਕਰਾਂਗਾ ਉਹ ਆਪ ਕਿਰਪਾ ਕਰਕੇ ਉਸ ਸਵਾਲ ਨੂੰ ਸਾਡੇ ਸਾਹਮਣੇ ਲਿਆਓ। ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਵਾਲ ਦੇ ਵਿੱਚ ਤਕਰੀਬਨ 4 ਪੰਕਤੀਆਂ ਦਾ ਰੈਫਰੈਂਸ ਦੇ ਕੇ ਇਹ ਸਵਾਲ ਇਹ ਕੀਤਾ ਗਿਆ ਹੈ ਕਿ ਇਹ ਪੰਕਤੀਆਂ ਇਸ ਭਾਵ ਨੂੰ ਸਿੱਧ ਕਰਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਸੁਰਜੀਤ ਕੀਤਾ ਸੀ ਅਤੇ ਗਣੇਸ਼ ਜੀ ਦਾ ਸਿਰ ਵੱਢ ਕੇ ਹਾਥੀ ਦਾ ਸਿਰ ਲਗਾਇਆ ਗਿਆ ਸੀ। ਉਹਨਾਂ ਵਿੱਚੋਂ ਇੱਕ ਪੰਕਤੀ ਸੁਖਮਨੀ ਸਾਹਿਬ ਦੀ ਹੈ ਜਿਹੜੀ ਮੈਂ ਇਸ ਵੇਲੇ ਸਾਹਮਣੇ ਸਕਰੀਨ ਤੇ ਡਿਸਪਲੇ ਕੀਤੀ ਹੈ। ਇਸ ਤੋਂ ਪਹਿਲਾਂ ਕਿ ਪੰਕਤੀਆਂ ਦੇ ਅਰਥ ਤੇ ਉਹਨਾਂ ਦੀ ਇਸ ਪ੍ਰਸੰਗ ਇਸ ਕੁਐਸਚਨ ਦੇ ਨਾਲ ਜੋ ਰੈਲੇਵੈਂਸ ਹੈ ਉਹਦੇ ਬਾਰੇ ਗੱਲ ਕਰੀਏ। ਪਹਿਲਾਂ ਸਵਾਲ ਦਾ ਜਿਹੜਾ 2 ਹਿੱਸੇ ਹਨ ਉਹਨਾਂ ਨੂੰ ਨਿਖੇੜ ਲੈਂਦੇ ਹਾਂ। ਸਵਾਲ ਵਿੱਚ ਗੱਲ ਕੀਤੀ ਗਈ ਹੈ ਕਿ ਇੱਕ ਤਾਂ 5 ਪਿਆਰਿਆਂ ਦੇ ਸਾਜਨ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਤੇ ਦੂਜਾ ਗਣੇਸ਼ ਜੀ ਦਾ ਜੋ ਇਤਿਹਾਸਕ ਕਹਾਣੀ ਹੈ ਕਿ ਕਿਵੇਂ ਉਹਨਾਂ ਦਾ ਹਾਥੀ ਦਾ ਸਿਰ ਲੱਗਿਆ। ਤਾਂ ਪਹਿਲੀ ਗੱਲ ਤੇ ਹੈ ਕਿ ਇਹਨਾਂ ਦੋਨਾਂ ਨੂੰ ਅਸੀਂ ਇੱਕੋ ਤਰੀਕੇ ਦੇ ਨਾਲ ਨਹੀਂ ਟੈਕਲ ਕਰ ਸਕਦੇ। ਇੱਕ ਇਤਿਹਾਸਕ ਘਟਨਾ ਹੈ, ਹਿੰਦੂ ਪੁਰਾਣਿਕ ਪੁਸਤਕਾਂ ਦੇ ਵਿੱਚ ਇਹ ਮਿਲਦੀ ਹੈ ਤੇ ਦੂਸਰਾ ਜਿਹੜਾ ਪ੍ਰਸੰਗ ਹੈ ਗੁਰੂ ਗੋਬਿੰਦ ਸਿੰਘ ਜੀ ਦਾ 5 ਪਿਆਰੇ ਸਾਜਨ ਦਾ, ਉਹ ਇੱਕ ਇਤਿਹਾਸਕ ਘਟਨਾ ਹੈ। ਤਾਂ ਦੋਨਾਂ ਨੂੰ ਵੱਖੋ ਵੱਖਰੇ ਟਰੀਟ ਕਰਨ ਦੀ ਜ਼ਰੂਰਤ ਹੈ। ਜਿੱਥੋਂ ਤੱਕ ਸਵਾਲ ਹੈ ਗਣੇਸ਼ ਜੀ ਦੇ ਹਾਥੀ ਦਾ ਸਿਰ ਲੱਗਣ ਦੀ, ਉਹ ਤਾਂ ਬਹੁਤ ਹੀ ਅਜੀਬੋ-ਗਰੀਬ ਦੀ ਕਹਾਣੀ ਹੈ। ਸੰਖੇਪ ਵਿੱਚ ਮੈਂ ਕਹਾਣੀ ਸੁਣਾ ਦਿੰਦਾ ਵਾਂ ਤੇ ਫਿਰ ਤੁਸੀਂ ਮੇਰਾ ਖਿਆਲ ਉਸ ਤੋਂ ਬਾਅਦ ਇਹਦਾ ਭੋਗ ਅਸੀਂ ਪਾ ਦਿਆਂਗੇ। ਕਹਾਣੀ ਇਸ ਤਰੀਕੇ ਦੀ ਹੈ ਕਿ ਪਾਰਵਤੀ ਇੱਕ ਦਿਨ ਅਖੇ ਨਹਾਉਣ ਲੱਗੀ ਤੇ ਉਹ ਘਰ ਇਕੱਲੀ ਸੀ ਤੇ ਉਹਨੂੰ ਲੱਗਿਆ ਕਿ ਬਈ ਮੈਂ ਨਹਾਉਂਦੀ ਹੋਵਾਂ ਤੇ ਕੋਈ ਬਾਹਰੋਂ ਆ ਨਾ ਜਾਵੇ। ਉਹਨੇ ਆਪਣੇ ਹੱਥ ਦੀ ਮੈਲ ਦੇ ਨਾਲ ਹੀ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਤੇ ਉਹ ਉਸਨੂੰ ਪਹਿਰਾ ਲਗਾਉਣ ਵਾਸਤੇ ਆਪਣੇ ਗੁਸਲਖਾਨੇ ਦੇ ਬਾਹਰ ਜਾਂ ਜੋ ਵੀ ਨਹਾਉਣ ਦੀ ਉਹਦੀ ਘਰ ਦੀ ਜਗ੍ਹਾ ਸੀ ਉਹਦੇ ਬਾਹਰ ਉਹਨੂੰ ਖੜਾ ਕਰਤਾ ਕਿ ਕੋਈ ਅੰਦਰ ਨਾ ਆਵੇ। ਉਹ ਸ਼ੁਰੂਆਤ ਹੀ ਮਤਲਬ ਇੱਥੋਂ ਹੋ ਰਹੀ ਹੈ ਜਿਹੜੀਆਂ ਅਨਬਿਲੀਵੇਬਲ ਜੀਆਂ ਗੱਲਾਂ ਨੇ ਕਿ ਹੱਥ ਦੀ ਮੈਲ ਤੋਂ ਉਹਨੇ ਬੱਚਾ ਪੈਦਾ ਕਰਤਾ ਤੇ ਉਹ ਇੰਨਾ ਵੱਡਾ ਔਰ ਸਮਝਦਾਰ ਹੋ ਗਿਆ ਕਿ ਉਹ ਘਰ ਦੀ ਪਹਿਰੇਦਾਰੀ ਕਰ ਸਕਦਾ ਹੈ। ਲਓ ਜੀ, ਬੱਚਾ ਬਾਹਰ ਖੜਾ ਹੋ ਗਿਆ ਪਹਿਰੇ ਤੇ। ਥੋੜਾ ਸਮਾਂ ਬੀਤਿਆ ਤੇ ਸ਼ਿਵ ਜੀ ਵਾਪਸ ਆ ਗਏ, ਆਪਣਾ ਘਰ ਉਹਨਾਂ ਦਾ ਸੀ। ਉਹ ਆਏ ਤੇ ਅੰਦਰ ਵੜਨ ਲੱਗੇ ਤੇ ਉਹ ਮੁੰਡੇ ਨੇ ਰੋਕ ਦਿੱਤਾ, ਜੀ ਅੰਦਰ ਨਹੀਂ ਜਾ ਸਕਦੇ, ਮੇਰੀ ਮਾਂ ਆਉਂਦੀ ਹੈ। ਕਹਿੰਦੇ ਇਹ ਕਿਹੜੀ ਮਾਂ ਆਉਂਦੀ ਹੈ, ਘਰ ਮੇਰਾ, ਜਨਾਨੀ ਮੇਰੀ, ਇਹ ਕਿਹੜਾ ਬੱਚਾ ਜੰਮ ਪਿਆ ਜਿਹਦੀ ਮਾਂ ਅੰਦਰ ਆਉਂਦੀ ਹੈ। ਉਹਨੇ ਚੁੱਕ ਕੇ ਉਹਦਾ ਤ੍ਰਿਸ਼ੂਲ ਨਾਲ ਸਿਰ ਵੱਢ ਦਿੱਤਾ। ਅੰਦਰ ਵੜ ਗਏ। ਅੰਦਰ ਵੜ ਗਏ ਤੇ ਪਾਰਵਤੀ ਕਹਿੰਦੀ ਤੁਹਾਨੂੰ ਕਿਸੇ ਰੋਕਿਆ ਨਹੀਂ? ਅਖੇ ਰੋਕਿਆ ਸੀ, ਮੈਂ ਉਹਦਾ ਸਿਰ ਵੱਢਤਾ। ਪਾਰਵਤੀ ਰੋਣ ਲੱਗ ਪਈ ਕਿ ਉਹਨੂੰ ਤੇ ਮੈਂ ਜੰਮਿਆ ਸੀ ਤੇ ਹੁਣ ਤਾਂ ਮੈਨੂੰ ਉਹ ਚਾਹੀਦਾ, ਹਰ ਹਾਲਤ ਚਾਹੀਦਾ। ਸ਼ਿਵ ਜੀ ਕਹਿਣ ਲੱਗੇ ਕਿ ਜਿਹੜਾ ਮੇਰੇ ਤ੍ਰਿਸ਼ੂਲ ਦੇ ਨਾਲ ਕੱਟਿਆ ਜਾਂਦਾ ਹੈ ਉਹ ਮੇਰੀ ਰੁੰਡ ਮੁੰਡ ਦੀ ਜਿਹੜੀ ਮਾਲਾ ਹੈ ਨਾ ਮੇਰੇ ਗਲੇ 'ਚ, ਉੱਥੇ ਉਹਦਾ ਸਿਰ ਵੜ ਜਾਂਦਾ, ਉੱਥੋਂ ਨਿਕਲ ਨਹੀਂ ਸਕਦਾ ਮੁੜ ਕੇ। ਉਹ ਕਹਿੰਦੇ ਜੋ ਮਰਜ਼ੀ ਕਰੋ, ਮੈਨੂੰ ਤੇ ਵਾਪਸ ਚਾਹੀਦਾ, ਜਿਉਂਦਾ ਚਾਹੀਦਾ। ਹੁਣ ਸ਼ਿਵ ਜੀ ਫਸ ਗਏ। ਕਹਿੰਦੇ ਅੱਛਾ ਮੈਂ ਕੁਝ ਕਰਦਾ। ਤਾਂ ਉਹ ਫਿਰ ਕਿਧਰੇ ਲੱਭਣ ਗਏ ਵੀ ਕੋਈ ਸਿਰ ਲੱਭੇ ਤੇ ਜਿਹੜਾ ਮੈਂ ਇਹਦੇ ਨਾਲ ਜੋੜ ਦਿਆਂ। ਤਾਂ ਉੱਥੇ ਕੋਈ ਇੱਕ ਹਾਥੀ ਦਾ ਬੱਚਾ ਸੀ, ਉਹਦੇ ਵਿੱਚ ਥੋੜੀ ਪਿੱਛੇ ਹੋਰ ਕਹਾਣੀਆਂ, ਉਹਨੂੰ ਛੱਡ ਦਿੰਦੇ ਆ। ਉਹਨੇ ਕਿਧਰੇ ਪਹਾੜ ਦੇ ਨਾਲ ਟੱਕਰ ਮਾਰੀ ਤੇ ਉਹਦਾ ਦੰਦ ਟੁੱਟ ਗਿਆ ਤੇ ਉਹ ਬੜਾ ਕੁਰਲਾ ਰਿਹਾ ਸੀ, ਰੋਂਦਾ ਪਿਆ ਸੀ ਬੱਚਾ ਹਾਥੀ ਦਾ। ਸ਼ਿਵ ਜੀ ਨੇ ਉਹ ਹਾਥੀ ਦਾ ਸਿਰ ਵੱਢ ਕੇ ਤੇ ਉਹ ਉਸ ਬੱਚੇ ਜਿਹੜਾ ਉਹਦਾ ਪਾਰਵਤੀ ਦਾ ਬੇਟਾ ਸੀਗਾ ਉਹਦੇ ਧੜ ਦੇ ਉੱਤੇ ਜੋੜ ਦਿੱਤਾ। ਹੁਣ ਕਹਾਣੀਕਾਰ ਨੂੰ ਇਹ ਗੱਲ ਭੁੱਲ ਗਈ ਕਿ ਵੀ ਜਿਹੜਾ ਵੀ ਸਿਰ ਵੱਢਿਆ ਜਾਂਦਾ ਸ਼ਿਵ ਜੀ ਦੇ ਹੱਥੋਂ ਉਹਦੇ ਉਹਨਾਂ ਦੀ ਮਾਲਾ 'ਚ ਵੜ ਜਾਂਦਾ ਤੇ ਫਿਰ ਉਹ ਹਾਥੀ ਦਾ ਸਿਰ ਕਿਉਂ ਨਹੀਂ ਮਾਲਾ 'ਚ ਵੜਿਆ? ਪਰ ਖੈਰ ਚਲੋ ਮੰਨ ਲੈਂਦੇ ਹਾਂ ਕਹਾਣੀ ਹੈ। ਤਾਂ ਫਿਰ ਉਹ ਇਸ ਕਰਕੇ ਗਣੇਸ਼ ਜੀ ਦਾ ਜਿਹੜਾ ਹੈ ਉਹ ਹਾਥੀ ਦਾ ਸਿਰ ਹੈ ਤੇ ਬਾਕੀ ਜਿਹੜਾ ਧੜ ਹੈ ਉਹ ਇਨਸਾਨ ਦਾ ਹੈ। ਤਾਂ ਇਸ ਕਹਾਣੀ ਨਾਲ ਕੁਝ ਗੁਰਮਤਿ ਦਾ ਲੈਣਾ ਦੇਣਾ ਹੈ ਨਹੀਂ ਹੈ ਤੇ ਨਾ ਹੀ ਕੋਈ ਗੁਰਬਾਣੀ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਪ੍ਰੋੜਤਾ ਕੀਤੀ ਗਈ ਹੈ ਤੇ ਇਹਨੂੰ ਪਾਸੇ ਛੱਡਦੇ ਹਾਂ। ਅਗਲਾ ਸਵਾਲ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਜੋ ਸੁਰਜੀਤ ਕੀਤਾ, ਤਾਂ ਇਤਿਹਾਸਕ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਗੁਰਸਿੱਖਾਂ ਦੇ ਭਾਰੀ ਇਕੱਠ ਦੇ ਵਿੱਚ ਸ਼ਮਸ਼ੀਰ ਲਹਿਰਾ ਕੇ ਇੱਕ ਸਿਰ ਦੀ ਮੰਗ ਕੀਤੀ। ਤੇ ਇਤਿਹਾਸ ਗਵਾਹ ਹੈ ਕਿ ਗੁਰਸਿੱਖਾਂ ਨੇ ਵਾਰੀ-ਵਾਰੀ 5 ਵਾਰੀ ਜਦੋਂ ਸੀਸ ਦੀ ਮੰਗ ਹੋਈ ਤੇ 5 ਪਿਆਰਿਆਂ ਨੇ ਵਾਰੀ-ਵਾਰੀ ਸੀਸ ਅਰਪਣ ਕੀਤੇ।
ਜਿਨ੍ਹਾਂ ਵੀ ਸਿੱਖਾਂ ਨੇ ਸੀਸ ਅਰਪਣ ਕੀਤੇ, ਗੁਰੂ ਸਾਹਿਬ ਉਹਨਾਂ ਨੂੰ ਪਿੱਛੇ ਇੱਕ ਤੰਬੂ ਦੇ ਵਿੱਚ ਲੈ ਗਏ, ਜਿਹੜਾ ਤੰਬੂ ਕਿਸੇ ਨੂੰ ਵੀ ਨਜ਼ਰ, ਉਹਦੇ ਪਿੱਛੇ ਕੀ ਸੀਗਾ ਕਿਸੇ ਨੂੰ ਨਜ਼ਰ ਨਹੀਂ ਸੀ ਆਉਂਦਾ। ਪਰ ਸਿਰਫ ਇਹਨਾਂ ਲੋਕਾਂ ਨੂੰ ਨਜ਼ਰ ਆਇਆ ਕਿ ਉਸ ਤੰਬੂ ਦੇ ਵਿੱਚੋਂ ਖੂਨ ਦੀ ਧਾਰ ਬਾਹਰ ਆ ਰਹੀ ਸੀ, ਖੂਨ ਵਗਿਆ ਉੱਥੇ। ਜਦੋਂ 5 ਸਿੱਖ ਦੇ ਸੀਸ ਪ੍ਰਵਾਨ ਹੋ ਗਏ, ਉਸ ਤੋਂ ਬਾਅਦ ਇੱਕ ਸਨਾਟਾ ਜਿਹਾ ਛਾ ਗਿਆ ਸੀਗਾ ਸਾਰੇ ਦੀਵਾਨ ਵਿੱਚ। ਪਰ ਥੋੜੇ ਸਮੇਂ ਬਾਅਦ ਗੁਰੂ ਸਾਹਿਬ ਪੰਜਾਂ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸੀਸ ਅਰਪਣ ਕੀਤੇ ਸੀ, ਉਹਨਾਂ ਨੂੰ ਨਵੇਂ ਬਸਤਰ ਪਵਾ ਕੇ ਤੇ ਬਾਹਰ ਸਟੇਜ ਦੇ ਉੱਤੇ ਲੈ ਆਏ ਸਾਰੀ ਸੰਗਤ ਦੇ ਸਾਹਮਣੇ, ਤੇ ਉਹਨਾਂ ਨੇ ਡਿਕਲੇਅਰ ਕੀਤਾ ਕਿ ਇਹ ਸਿਰ ਲੱਥ ਜਵਾਨ ਜਿਨ੍ਹਾਂ ਨੇ ਆਪਣੇ ਸੀਸ ਮੇਰੇ ਅੱਗੇ ਭੇਟ ਕੀਤੇ ਹਨ, ਮੇਰੇ ਪਿਆਰੇ ਹਨ। ਤੇ ਇਹਨਾਂ ਨੂੰ ਫਿਰ ਉਹਨਾਂ ਨੇ ਆਪਣੇ 5 ਪਿਆਰਿਆਂ ਦੀ ਪਦਵੀ ਦੇ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਤੇ ਮੁੜ ਉਹਨਾਂ ਦੇ ਸਾਹਮਣੇ ਹੀ ਗੋਡੇ ਟੇਕ ਕੇ ਅੰਮ੍ਰਿਤ ਦੀ ਦਾਤ ਉਹਨਾਂ ਪਾਸੋਂ ਪ੍ਰਾਪਤ ਵੀ ਕੀਤੀ। ਇਹ ਇਤਿਹਾਸਕ ਘਟਨਾ ਤੋਂ ਸਾਰੇ ਅਸੀਂ ਜਾਣੂ। ਹੁਣ ਇਹਦੇ ਵਿੱਚ ਸਵਾਲ ਇਹ ਹੈ ਕਿ ਕੀ ਤੰਬੂ ਦੇ ਅੰਦਰ ਕੀ ਹੋਇਆ? ਕੀ ਉਹਨਾਂ ਹੀ ਸਿੱਖਾਂ ਦੇ ਸਿਰ ਉਤਾਰੇ ਗਏ, ਫਿਰ ਉਹ ਸਿਰ ਵਾਪਸ ਜੋੜੇ ਗਏ, ਕਿ ਜਾਂ ਜਿਵੇਂ ਬਹੁਤ ਇਤਿਹਾਸਕ ਬਿਰਤਾਂਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ 5 ਬੱਕਰੇ ਜਿਹੜੇ ਸੀਗੇ ਉਹ ਅਰੇਂਜ ਕਰਕੇ ਰੱਖੇ ਹੋਏ ਸੀ, ਜਿਨ੍ਹਾਂ ਦੇ ਮੂੰਹ ਵੱਜੇ ਹੋਏ ਸਨ, ਤੇ ਉਹਨਾਂ ਨੂੰ ਗੁਰੂ ਸਾਹਿਬ ਝਟਕਾਰੇ ਦਿੰਦੇ ਸਨ ਤੇ ਖੂਨ ਦੀ ਧਾਰ ਬਾਹਰ ਆ ਜਾਂਦੀ ਸੀ, ਤੇ ਲੋਕਾਂ ਨੂੰ ਇੰਜ ਲੱਗਦਾ ਸੀਗਾ ਕਿ ਵੀ ਜਿਵੇਂ ਬੰਦਾ ਕਤਲ ਹੋ ਗਿਆ ਹੈ। ਉਹ ਇਹ ਕੰਮ ਹੋਇਆ ਪਰਦੇ ਦੇ ਪਿੱਛੇ। ਇਹਦੇ ਬਾਰੇ ਵਿੱਚ ਕੋਈ ਸੰਗਤ ਦੇ ਅੰਦਰ, ਬਾਹਰ ਬੈਠੀ ਸੰਗਤ ਨੂੰ ਨਹੀਂ ਪਤਾ ਸੀਗਾ ਕਿ ਅੰਦਰ ਕੀ ਹੋ ਰਿਹਾ ਹੈ, ਤੇ ਗੁਰੂ ਸਾਹਿਬ ਨੇ ਕੋਈ ਪ੍ਰਗਟ ਵੀ ਨਹੀਂ ਗੱਲ ਕੀਤੀ ਕਿ ਮੈਂ ਕੀ ਕਰਕੇ ਆਇਆ ਹਾਂ। ਸੰਗਤ ਨੂੰ ਇੰਨਾ ਹੀ ਪਤਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਗੁਰਸਿੱਖਾਂ ਨੂੰ ਤੰਬੂ ਦੇ ਪਿੱਛੇ ਲੈ ਕੇ ਗਏ ਤੇ ਉਹਨਾਂ ਨੂੰ ਬਾਅਦ ਵਿੱਚ ਨਵੇਂ ਬਸਤਰ ਪਵਾ ਕੇ ਤੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਉਹ ਇਸ ਕਰਕੇ ਇਹ ਹੁਣ ਸਪੈਕੂਲੇਸ਼ਨ ਕਰਨੀ ਜੀ ਕਿ ਉਹ ਸਿੱਖਾਂ ਦੇ ਸਿਰ ਲਾਏ ਗਏ ਸਨ, ਉਹ ਸਿਰ ਮੁੜ ਕੇ ਜੋੜੇ ਗਏ ਸਨ। ਕਈਆਂ ਨੇ ਤੇ ਹੋਰ ਕਹਾਣੀ ਨੂੰ ਰੋਚਕ ਬਣਾਉਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਵੀ ਦਇਆ ਸਿੰਘ ਦਾ ਸਿਰ ਧਰਮ ਸਿੰਘ ਨੂੰ ਲਗਾ ਦਿੱਤਾ, ਧਰਮ ਸਿੰਘ ਦਾ ਮੁਕਮ ਸਿੰਘ ਨੂੰ, ਉਹਦਾ ਉਹਨੂੰ, ਤੀਜੇ ਦਾ, ਚੌਥੇ ਦਾ, ਪੰਜਵੇਂ ਦਾ, ਇੰਜ ਜਿਵੇਂ ਰਾਉਂਡ ਰੋਬਿਨ ਗੇਮ ਖੇਡੀ ਜਾ ਰਹੀ ਹੋਵੇ। तो ये सब ना लोगों दी अपनी इमेजिनेशन दी गल्लां ने। इतिहास दे विच ऐसी कोई भी पक्की गल नहीं मिलती कि भी कोई इस तरीके का काम किया गया, सिर्फ ला के सिर दोबारा जोड़े गए। तो जिन्नी को गल समझ आ सकती है उतो समझ के मेन समझने वाली गल ये है कि गुरसिखा ने सीस भेंट किए, अपना आप सब कुछ अर्पण कर दिता गुरु के अगे। गुरु ने स्वीकार भी किया ते गुरु ने फिर उन्होंने अपने प्यारियां दी पदवी दी। हुण अगे मुश्किल उत्थे आंदी है कि जिथे लोग गुरबाणी दी पंक्तियां लैके ये सिर वड्डन ते सिर जोड़न की गल नूं सिद्ध करना चाहते हैं। उन्हां विच एक पंक्ति यह भी वरती जाती है जिहड़ी सुखमनी साहब की अष्टपदी है कि मानुख की टेक पृथ्वी सब जान। ये अष्टपदी नंबर 14 है। मानुख की टेक पृथ्वी सब जान, देवन को एक है भगवान, जिसके दिए रहे अगाए, बहर न तृष्णा लागे आए, मारे राखै एको आप, मानुख कह किछ नाही हाथ। तो तिसका हुक्म बूझ सुख होए, तिसका नाम रख कंठ परोए, सिमर 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 प्रभ सोए, नानक बिघन न लागे। तो ये सारी अष्टपदी की जिहड़ी पहली पौड़ी है, इन्हू पढ़ के ये गल समझ आ रही है कि इत्थे गल की जा रही है प्रभु दे हथ सब कुछ है, देवन को एक है भगवान, मानुख की टेक पृथ्वी सब जान। कोई मनुख के बस कुछ नहीं है, सब कुछ देने वाला, सारिया दातां बख्शण वाला प्रभु है। जीवां नूं पैदा करने वाला, उन्हां दी रखिया करने वाला, मारन वाला, जीवालन वाला, वो सब भी परमात्मा ही है, और कोई नहीं है। मानुख के किछ नहीं हाथ, मनुख के हथ नहीं है कि वह किसी नूं पैदा करके अपनी मर्जी के नाल या किसी नूं मार देवे। जो कुछ हुंदा है उहदे हुक्म दे अधीन ही हुंदा है। जे कोई मनुख जन्म लै रहा है वह भी प्रभु के हुक्म के अधीन है, जे कोई मनुख मर रहा है वो भी प्रभु के हुक्म के अधीन है। तो गल गुरबाणी से जी समझाई असूल की यह है कि तिसका हुक्म बूझ सुख होए, इस करके तिसका नाम रख कंठ परोए। उस प्रभु के हुक्म नूं, उहदी रज़ा नूं समझने ही जीवन दे विच सुख की प्राप्ति होंदी है, नहीं तो बंदा पजल होकर परेशान होकर भटकता ही रहिंदा है। तो असूल की गल है कि जीवन के अंदर, इस सारी सृष्टि की रचना के अंदर सब कुछ देने वाला, सारा कुछ चलान वाला ते सब चीज़ों का नाश करने वाला इको एक प्रभु है। कोई 3 वक्खो वखरे देवते नहीं हैं। एक अकाल पुरख है जो जड़ा पैदा भी करता है, पालना भी करता है ते मारदा भी है।
ਮਨੁੱਖ ਦਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ ਜਿਹੜਾ ਉਸ ਦੇ ਹੁਕਮ ਦੀ ਉਲੰਘਣਾ ਕਰ ਸਕੇ। ਇਹ ਗੱਲ ਅਸੂਲ ਦੀ ਸਮਝਣ ਵਾਲੀ ਹੈ। ਇਸ ਤੋਂ ਇਲਾਵਾ ਹੋਰ ਪੰਕਤੀਆਂ ਜਿਹੜੀਆਂ ਇਸ ਸਵਾਲ ਦੇ ਨਾਲ ਕੋਟ ਕੀਤੀਆਂ ਗਈਆਂ, ਉਹਨਾਂ ਨੂੰ ਵੀ ਵਾਰੀ-ਵਾਰੀ ਅਸੀਂ ਲੈ ਲੈਂਦੇ ਹਾਂ। ਇੱਕ ਹੋਰ ਪੰਕਤੀ ਹੈ ਜੀ ਜੋ ਭੈਰਵ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਅਰਜਨ ਪਾਤਸ਼ਾਹ ਦਾ ਅੰਗ 1146 ਤੇ ਕਿ ਆਪੇ ਮਾਰ ਆਪ ਜੀਵਾਲੇ। ਇਹ 1146 ਪੰਨੇ ਤੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਭੈਰਵ ਮਹਲਾ ਪੰਜਵਾਂ। तो ਜਿਹੜਾ ਸ਼ੁਰੂ ਹੁੰਦਾ ਹੈ ਰੋਗ ਕਵਨ ਜਾਂ ਰਾਖੈ ਆਪ, ਤਿਸ ਜਨ ਹੋਏ ਨਾ ਦੁਖ ਸੰਤਾਪ, जिस ऊपर प्रभ कृपा करे तिस ऊपर ते काल पर हरै, सदा सखाई हर हर नाम, जिस चीत आवे तिस सदा सुख होवे, निकट ना आवे ताकै जाम। ये राव दी पंक्ति है। तो जिवें आप जानते ही हो भी कोई किसी एक वखरी पंक्ति नूं चुन के ਉਹਦੇ अर्थ करन नूं समझण दी यतन करिए ते कई बारी कन्फ्यूजन भी हो जाता है। तो पहला राव दे अंदर जो सुनेहा दिता गया है, जो संदेश दिता गया है, ਉਹਨੂੰ ਜ਼ਰੂਰ ਸਮਝਣਾ ਚਾਹੀਦਾ ਹੈ। तो राव दे बारे गुरु साहब कह रहे हैं कि सदा सखाई हर हर नाम, प्रभु का नाम, हरि का नाम हमेशा ही सहाई हुंदा है, सखा है, मित्र है, हेल्प करने वाला है। फिर उहदी सिफत की है उस नाम दी कि जिस चीत आवे तिस सदा सुख होवे, निकट ना आवे ताकै जाम। जिस मनुख दे चित्त विच भी वो प्रभु का नाम वसदा है, ਉਹਦਾ जीवन सुखमई हुंदा है, ਉਹਨੂੰ ਉਹਦੇ नेड़े मौत का डर, जम का डर ਉਹਦੇ नेड़े नहीं आ सकता। ये इस राव ਦੇ ਬੰਦ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ। ਪਹਿਲੇ ਪਦੇ ਵਿੱਚ ਵੀ ਗੱਲ ਕੀਤੀ ਹੈ ਕਿ ਉਹਨੂੰ ਕਿਹੜਾ ਰੋਗ ਹੋ ਸਕਦਾ ਜਿਹਦੀ ਰੱਖਿਆ ਪ੍ਰਭੂ ਆਪ ਕਰੇ, ਉਹਨੂੰ ਕੋਈ ਦੁੱਖ ਸੰਤਾਪ ਨਹੀਂ ਹੋ ਸਕਦਾ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋਵੇ। ਉਹਦੇ ਉੱਤੋਂ ਮੌਤ ਤਾਂ ਵੈਸੇ ਹੀ ਪਰੇ ਰਹਿੰਦੀ ਹੈ, ਉਹਦੇ ਕੋਲੋਂ ਡਰ ਕੇ ਰਹਿੰਦੀ ਹੈ। ਤਾਂ ਹੁਣ ਕੀ ਇਹਦਾ ਭਾਵ ਇਹ ਹੈ ਕਿ ਬਈ ਉਸ ਬੰਦੇ ਨੂੰ ਮੌਤ ਹੀ ਨਹੀਂ ਆਏਗੀ ਜਿਹੜਾ ਪ੍ਰਭੂ ਦਾ ਨਾਮ ਨੂੰ ਚੇਤੇ ਰੱਖਦਾ ਹੈ? ਭਾਵ ਅਰਥ ਨੂੰ ਸਮਝਣਾ ਚਾਹੀਦਾ ਹੈ, ਸਿਰਫ ਲਫ਼ਜ਼ਾਂ ਦੇ ਮਗਰ ਨਹੀਂ ਕਿ किस ऊपर ते काल पर हरै, मतलब ਉਹਦੇ ਤੋਂ ਕਾਲ ਦੂਰ ਰਹਿੰਦਾ ਹੈ। ਦੂਰ ਰਹਿੰਦਾ ਇਨ ਦਾ ਸੈਂਸ ਕਿ ਬਈ ਉਹ ਕਾਲ ਦਾ ਡਰ ਉਹਦੇ ਜੀਵਨ ਵਿੱਚੋਂ ਪਰੇ ਹੋ ਜਾਂਦਾ ਹੈ, ਉਸਦੇ ਜ਼ਿੰਦਗੀ 'ਚ ਉਹਨੂੰ ਡਰ ਨਹੀਂ ਰਹਿੰਦਾ। ਮੌਤ ਨੂੰ ਤਾਂ ਉਹ ਇੱਕ ਖੇਡ ਸਮਝਦਾ ਹੈ। ਜਿਵੇਂ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕਰਕੇ ਗੁਰੂ ਪਾਸੋਂ ਉਪਦੇਸ਼ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਧਾਰਨ ਕੀਤਾ, ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਮੌਤ ਦਾ ਡਰ ਬਿਲਕੁਲ ਖਤਮ ਹੀ ਹੋ ਗਿਆ। तो ऐसे ऐसे उन्होंने कारनामे किए कि देखने सुनने वाले भी हैरान हो जाते हैं कि कोई इंसान ऐसे कर्म किवें कर सकता है। तो काल पर हरे तो भाव है मौत का डर दूर हो जाता है। मौत उन्होंने कभी डराती, आम इंसान तो तुहानूं सब नूं पता है कि मौत तो कंबदा है, डरदा है, पर गुरु का सिख जिहदे उत्ते गुरु के उपदेश जिहदे जीवन में आ जाता है, वो मौत नूं एक खेड ही समझदा है, उहदे तो डरदा नहीं है। तो यही है कि ਉਹਦੇ ਨਿਕਟ ਵੀ ਜੰਮ ਨਹੀਂ ਆ ਸਕਦਾ ਕਿਉਂਕਿ ਉਹਨੂੰ ਡਰਾ ਨਹੀਂ ਸਕਦਾ। ਸੋ यही गल अगले पदे च भी गुरु साहब समझा रहे हैं कि जब ये ना सो तब किने उपाया, कवन मूल ते क्या प्रगटाया, आपे मार आप जी वाला, अपने भगत को सदा प्रतिपाला। ये प्रभु की सिफत सलाह करदे होए गल कर रहे हैं कि जदों इस इंसान की कोई होंद नहीं सी, कोई सृष्टि की होंद नहीं सी, तां किस मूल तो किवें सारी सृष्टि पैदा हुई, तब किने उपाया, किसने पैदा किया? सबनों पैदा करने वाला प्रभु परमात्मा ही है। कवन मूल ते क्या प्रगटाया, की ओरिजिनल सी जिथों इंसान की होंद हुई। जिवें एक होर जगह भी आंदा है ना, रवैया के गुण चेत प्राणी, कवन मूल ते क्या दृष्टानी, तो तेरा स्वरूप इन्ना सोहना बन गया है पर सोच के तेरा मूल है की सी। वही गल इत्थे भी कह रहे हैं कि कवन मूल ते क्या प्रगटाया। बंदे की शुरुआत कित्थों हुंदी है? रकत ते बिंद तो। जिन्हां नूं अगर जे सैपरेटली असीं देख लईए ना ते असीं उन्हां तों परहेज करदे हां, परे रहिंदे हां भी ये खून और ये बिंद जिहड़े ना ये इन्हां नूं असीं पवित्र नहीं समझदे, इन्हां तों दूर-दूर ही रहना चाहुंदे हां। जिथे किधरे कोई किसी पदार्थ के उत्ते कोई या किसी जगह के उत्ते ये चीज़ां नज़र भी आ जाण तां असीं फट उत्थे सफाई करन दी कोशिश करदे हां भी नहीं ये देखण लायक नहीं हैगीआं, ये आम समाज के अंदर इन्हां नूं सामने नहीं आना चाहीदा। पर यही रॉ मटीरियल है जिहदे तो इंसान का जीवन पैदा होता है। तो ये इंसान की जो असलीयत है उसकी
एक अंदाजा गुरु ਸਾਹਿਬ ਇਸ ਪੰਕਤੀ 'ਚ ਦੇ ਰਹੇ ਹਨ ਕਿ ਕਮਨ ਮੂਲ ਤੇ ਕਿਆ ਪ੍ਰਗਟਾਇਆ। ਤੇ ਇਹ ਸਭ ਕੁਝ ਹੁੰਦਾ ਕਿਹਦੀ ਬਖਸ਼ਿਸ਼ ਦੇ ਨਾਲ ਹੈ ਕਿ ਐਸੇ ਮੂਲ ਤੋਂ ਐਸਾ ਸੁੰਦਰ ਸਰੀਰ ਘੜਿਆ ਜਾਂਦਾ ਹੈ। ਉਹ ਪ੍ਰਭੂ परमात्मा ही है कि आपे मार आप जीवाले अपने भगत को सदा प्रतिपाले। वो प्रभु आप ही मारन वाला है, आप ही जीवन देन वाला है, अपने भगतां की वो प्रतिपालना भी करता है। वही सिद्धांत है कि जन्म देन वाला, प्रतिपालना करने वाला ते मारन वाला वो प्रभु परमात्मा आप ही है। तो ये भी इस पंक्ति च भी गल उसे सिद्धांत की ही की गई है। एक और पंक्ति आप मरे मारे भी आप। ये 413 अंग के ऊपर है आसा राग के अंदर। तो ये एक अष्टपदी का 7वां पदा है। आप मरे मारे भी आप उपाय थाप थाप सृष्ट उपाई ज्योति तू जात शब्द विचार मिलन नहीं प्रांत। इतने भी गल पिछों जो चलती आ रही है वो शुरुआत इतों ही होंगी है कि राहो दे पंज जी गल कि कौन मरै कौन रोवे ओही करण कारण सबसे सिर तो ही। कि असल में कौन मरदा है ते कौन उन्होंने रो रहा है। करण कारण तो सब दे सिर दे उत्ते प्रभु परमात्मा आप ही है। सब दे अंदर उस प्रभु की जोत है। तो वह आप ही सब जीवां दे अंदर होके जन्म लैंदा है, वड्डा हुंदा है, कर्म करदा है ते मरदा भी आप ही है। सब दे अंदर करण कारण वाला, सब कुछ करने वाला प्रभु परमात्मा आप ही है। तो इस राव दे बंद दे जो भाव है उसके अनुसार इस पदे में गुरु साहब कह रहे हैं कि आप मरे मारे भी आप उपाय थाप थाप। क्योंकि वो प्रभु की जोत सब जीवां के अंदर है। तो जे कोई मर रहा है तो उसके अंदर प्रभु की अंश है। तो मानो प्रभु आप ही ਉਹਦੇ अंदर बैठ के आप ही उसके अंदरों वो जोत निकल रही है। वो आप ही मर रहा है, मारन वाला भी वो आप है, सब कुछ करने वाला आप है, पैदा भी वो करने वाला है, स्थापन करने वाला भी आप है, जो उस तो बाद उन्होंने नाश करने वाला भी आप है। सारी सृष्टि की पैदाइश भी तू ही की है। ਤੇ ਜਿਹੜਾ ਇਹ ਸ਼ਬਦ ਦੀ ਵਿਚਾਰ ਕਰਦੇ ਹਨ ਉਹਨਾਂ ਨੂੰ ਫਿਰ ਇਸ ਦੇ ਬਾਰੇ ਕੋਈ ਭਰਮ ਨਹੀਂ ਰਹਿ ਜਾਂਦਾ। ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ। तो भाव यह है कि इस इन्हां पंक्तियों च गल की जा रही है प्रभु की सर्व समर्था दी कि सब कुछ करन कराने वाला, मारन वाला, जीवालन वाला, पालन वाला प्रभु एक आप है। ਉਹਦੇ हुक्म के उल्ट कोई काम हो नहीं सकता। ਹੁਣ ਇਹਦੇ ਤੋਂ ਭਾਵ ਇਹ ਨਹੀਂ ਲੈਣਾ ਕਿ ਵੀ ਜਦ ਸਭ ਕੁਝ ਕਰਨ ਵਾਲਾ ਪ੍ਰਭੂ ਹੈ ਤਾਂ ਅਸੀਂ ਤਾਂ ਕੁਝ ਕਰਨਾ ਹੀ ਨਹੀਂ ਹੈ। ਇਹ ਇੱਕ ਵੱਖਰਾ ਵਿਸ਼ਾ ਹੋਰ ਖੁੱਲ ਜਾਂਦਾ ਹੈ ਜੀ। ਫਿਰ ਉਹਦੇ ਵਿੱਚ ਸਵਾਲ ਕਈ ਵਾਰੀ ਸਾਡੇ ਕੋਲ ਆ ਵੀ ਚੁੱਕੇ ਹਨ ਕਿ ਜੀ ਸਭ ਕੁਝ ਕਰਨ ਵਾਲਾ ਪ੍ਰਭੂ ਹੈ ਤੇ ਫਿਰ ਸਾਨੂੰ ਕੀ ਲੋੜ ਹੈ ਨਾਮ ਜਪਣ ਦੀ, ਕੀ ਲੋੜ ਹੈ ਚੰਗੇ ਕਰਮ ਕਰਨ ਦੀ, ਸਾਨੂੰ क्यों दोष ਸਾਨੂੰ क्यों दंड मिलता है। वो एक बड़ा लंबा विषय बन जाएगा। पर तत की गल असूल की गल यह है कि एक हुक्म वरत रहा है प्रभु का, जिस हुक्म के अधीन जीव जंत पैदा होंगे हैं। उन्होंने जीवों के अंदर जी जीवन सत्ता है वो भी प्रभु परमात्मा की दिती हुई है। और वो हुक्म की अदूली नहीं कर सकते, वो हुक्म तो बाहर नहीं जा सकते। जो कुछ भी वरतता है वो हुक्म के उसकी रजा के अनुसार ही होंदा है। इंसान नू प्रभु ने एक विवेक बुद्धि दात भी बख्शिश की है जिहदे विच उहनूं इह खुल दिती गई है कि वो चंगे माड़े की विचार करके लैन वाले एक्शन का निर्णय कर सकता है कि मैं की कर्म करने हैं तो मैं की कर्म नहीं करने। इतनी को खुल परमात्मा ने इंसान नू बख्शी है। जो खुल जो है विवेक बुद्धि की दात बाकी दुनिया विच नहीं है। उन्होंने वास्ते कई तकरीबन सारा रूटीन उन्हों दियां करैक्टर उन्होंने आदतां उन्होंने वास्ते डिसीजन पहला तो ही निश्चित हैं। पर इंसान को एक खुल है कि उन्होंने जदों सोझी मिल जाती है, वड्डा हो जाता है, विचार करने के लायक हो जाता है, ज्ञान हासिल कर लेंदा है, तो उसकी वरतों करके फिर वो डिसीजन मेकिंग कर सकता है कि मैं किहड़ा कर्म करना है किहड़ा नहीं करना। वो ये निर्णय भी कर सकता है कि वो चंगा की है माड़ा की है। ऐसी सोझी केवल इंसान नूं ही बख्शिश विच मिली है। तो ਉਹਦੇ अनुसार ਕੀਤੇ ਹੋਏ ਕਰਮਾਂ ਦਾ ਫਿਰ ਜੋ ਰਿਜ਼ਲਟ ਹੈ ਉਹ ਇੱਕ ਚੰਗੇ ਉਸਤਾਦ ਦੇ ਵਾਂਗ, ਜਿਵੇਂ ਇੱਕ ਵਿਦਿਆਰਥੀ ਨੂੰ ਉਸਤਾਦ ਇਹ ਖੁੱਲ ਦਿੰਦਾ ਹੈ ਕਿ ਮੈਂ ਲੈਸਨ ਤੁਹਾਨੂੰ ਪੜ੍ਹਾ ਦਿੱਤਾ ਹੈ, ਤੁਹਾਡੇ ਕੋਲੋਂ ਸਾਲ ਦੇ ਅਖੀਰ ਤੇ ਮੈਂ ਪੇਪਰ ਵੀ ਲੈਣਾ ਹੈ ਜਾਂ ਕਿਸੇ ਪੀਰੀਅਡ ਦੇ ਅਖੀਰ ਤੇ ਮੈਂ ਪੇਪਰ ਵੀ ਲੈਣਾ ਹੈ। ਜੋ ਮੈਂ ਪੜ੍ਹਾਇਆ ਹੈ ਉਹਨੂੰ ਸਮਝਣਾ, ਉਹਨੂੰ ਅੰਡਰਸਟੈਂਡ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ।
ਨਾ ਸਮਝ ਆਵੇ ਪੁੱਛਣ ਦੀ ਖੁੱਲ੍ਹ ਵੀ ਤੁਹਾਨੂੰ ਹੈ। ਪਰ ਜਦੋਂ ਇਮਤਿਹਾਨ ਲਿਆ ਜਾਏਗਾ, ਜਿਹੜੇ ਵਿਦਿਆਰਥੀ ਪਾਸ ਹੋਣਗੇ, ਚੰਗਾ ਆਨਸਰ ਦੇਣਗੇ, ਉਹਨਾਂ ਨੂੰ ਅੱਗੇ ਤਰੱਕੀ ਦੇ ਦਿੱਤੀ ਜਾਏਗੀ। ਜਿਹੜੇ ਨਹੀਂ ਕਰ ਸਕਣਗੇ ਉਹਨਾਂ ਨੂੰ ਫੇਲ ਹੋ ਕੇ ਮੁੜ ਕੇ ਫਿਰ ਚੱਕਰ ਵਿੱਚ ਪੈਣਾ ਪਏਗਾ, ਮੁੜ ਕੇ ਉਸੇ ਜਮਾਤ ਵਿੱਚ ਪੜ੍ਹਨਾ ਪਏਗਾ। ਤੋ ਇਹੋ ਜਿਹਾ ਹੀ ਸਿਸਟਮ ਪ੍ਰਮਾਤਮਾ ਨੇ ਮਨੁੱਖਾਂ ਵਾਸਤੇ ਵੀ ਨਿਸ਼ਚਿਤ ਕੀਤਾ ਹੈ ਕਿ ਵਿਵੇਕ ਬੁੱਧੀ ਖੁੱਲ੍ਹ ਦਿੱਤੀ ਹੈ ਕਿ ਜੋ ਮਨੁੱਖਾ ਜੀਵਨ ਦੇ ਫਰਜ਼ ਨੇ ਉਹ ਗੁਰੂ ਦੇ ਰਾਹੀਂ ਸੋਝੀ ਵੀ ਬਖਸ਼ੀ ਹੈ। ਤੇ ਇਨਸਾਨ ਜਿਹੜੇ ਉਸ ਨੂੰ ਸੋਝੀ ਨੂੰ ਲੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ, ਉਹ ਪ੍ਰਭੂ ਚ ਭੇਦ ਹੋ ਜਾਂਦੇ ਹਨ। ਜਿਹੜੇ ਨਹੀਂ ਕਰਦੇ ਉਹ ਫਿਰ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ। ਤਾਂ ਇਤਨੀ ਕੁ ਗੱਲ ਇਹਨਾਂ ਸਾਰੀਆਂ ਪੰਕਤੀਆਂ ਸਮਝਾਈ ਗਈ ਹੈ। ਇਹਨਾਂ ਵਿੱਚੋਂ ਕਿਧਰੇ ਵੀ ਇਹ ਗੱਲ ਪ੍ਰਗਟ ਨਹੀਂ ਹੁੰਦੀ ਕਿ ਗੁਰੂ ਜੋ ਪ੍ਰਭੂ ਦਾ ਹੀ ਰੂਪ ਹੈ, ਗੁਰੂ ਔਰ ਪਰਮੇਸ਼ਰ 'ਚ ਕੋਈ ਭਿੰਨ ਭੇਦ ਨਹੀਂ ਹੈ। ਇਹਦੇ ਬਾਰੇ ਅਸੀਂ ਕੋਈ ਡਿਸਪਿਊਟ ਨਹੀਂ ਹੈ, ਇਹ ਗੱਲ ਐਕਸੈਪਟਡ ਹੈ। ਇਹ ਉਹਦਾ ਇਹ ਭਾਵ ਨਹੀਂ ਹੈ ਕਿ ਗੁਰੂ ਸਿਰ ਵੱਢ ਕੇ ਤੇ ਸਿਰ ਜੋੜਨ ਦੀ ਸਮਰੱਥਾ ਰੱਖਦਾ ਹੈ। ਇਹ ਗੱਲ ਗੁਰਬਾਣੀ 'ਚ ਲਿਖੀ ਹੋਈ ਹੈ, ਐਸੀ ਕੋਈ ਗੱਲ ਲਿਖਣ 'ਚ ਨਹੀਂ। ਜਿਹੜਾ ਇਹ ਨਿਯਮ ਹੈ, ਜਿਹੜਾ ਇਹ ਅਸੂਲ ਹੈ ਕਿ ਇਨਸਾਨ ਦਾ ਸਿਰ ਧੜ ਤੋਂ ਵੱਖ ਹੋ ਜਾਏ ਤੇ ਉਹਦੀ ਮੌਤ ਹੋ ਜਾਂਦੀ ਹੈ, ਇਹ ਅਸੂਲ ਵੀ ਪ੍ਰਭੂ ਦਾ ਹੀ ਆਪਣਾ ਬਣਾਇਆ ਹੋਇਆ ਹੈ। ਇਹ ਕੋਈ ਕਿਸੇ ਹੋਰ ਬਾਹਰਲੀ ਹਸਤੀ ਨੇ ਨਹੀਂ ਬਣਾਇਆ। ਜੇ ਜੀਵ ਦੇ ਅੰਦਰੋਂ ਸਵਾਸ ਖਤਮ ਹੋ ਜਾਂਦੇ ਹਨ ਤੇ ਉਹਦੀ ਮੌਤ ਹੋ ਜਾਂਦੀ ਹੈ, ਤਾਂ ਇਹ ਅਸੂਲ ਵੀ ਕੁਦਰਤ ਦੇ ਰੂਪ ਵਿੱਚ ਪ੍ਰਭੂ ਦਾ ਆਪਣਾ ਹੀ ਬਣਾਇਆ ਅਸੂਲ ਹੈ। ਤੇ ਆਪਣੇ ਅਸੂਲ ਦੀ ਪ੍ਰਭੂ ਆਪ ਉਲੰਘਣਾ ਕਰਕੇ ਸਿਰਫ ਇਸ ਪਿੱਛੇ ਕਿ ਬਈ ਕਿਉਂਕਿ ਸਾਨੂੰ ਸਮਝ ਨਹੀਂ ਆ ਰਹੀ ਕਿਸੇ ਬਾਣੀ ਦੀ, ਕਿ ਅਸੀਂ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰੀਏ ਕਿ ਵੀ ਨਹੀਂ ਸਤਿਗੁਰ ਮੇਰਾ ਮਾਰ ਜੀਵਾਲੇ। ਉਹਦੇ ਲਿਖਿਆ ਦਾ ਮਤਲਬ ਇਹ ਹੈ ਕਿ ਮਾਰ ਕੇ ਜੀਵਾਲਦਾ ਹੈ, ਮਾਰਦਾ ਹੈ, ਜੀਵਾਲਦਾ ਹੈ, ਸਾਰੇ ਕੰਮ ਉਹੀ ਕਰਦਾ ਹੈ। ਲੇਕਿਨ ਇਹ ਜ਼ਬਰਦਸਤੀ ਇਹ ਅਰਥ ਕਰਨ ਦੀ ਕੋਸ਼ਿਸ਼ ਕਰਨੀ ਕਿ ਉਹ ਮਾਰ ਕੇ ਜੀਵਾਲਦਾ ਹੈ, ਇਸ ਕਰਕੇ ਉਹ ਪੰਜ ਪਿਆਰਿਆਂ ਦੇ ਸਿਰ ਵੀ ਵੱਢ ਕੇ ਜੋੜੇ ਗਏ, तो ये किसी भी तरीके जस्टिफाइड नहीं है। तो इतने ही वचन प्रवान करने की आस है कि जो सवाल सीगा ਉਹਦਾ ਆਪ ਜੀ ਨੂੰ ਜਵਾਬ ਮਿਲ ਗਿਆ ਹੋਏਗਾ। ਜੇ ਫਿਰ ਵੀ ਕੋਈ ਗੱਲ ਅਜੇ ਕਨਫਿਊਜ਼ਨ ਵਾਲੀ ਰਹਿ ਗਈ ਹੋਵੇ ਤਾਂ ਆਪ ਜੀ ਦੁਬਾਰਾ ਆਪਣਾ ਸਵਾਲ ਕਰ ਸਕਦੇ ਹੋ ਤੇ ਉਹਦੇ ਬਾਰੇ ਹੋਰ ਵਿਚਾਰ ਵੀ ਕੀਤੀ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਵੀ ਕਾਫੀ ਹੋ ਗਿਆ ਜੀ, ਸਵਾਲ ਵੀ ਇਹ ਵੀਰ ਸੁਰਜੀਤ ਸਿੰਘ ਦਾ ਲੰਬਾ ਸੀ। ਮੈਂ ਇੱਕੋ ਬੇਨਤੀ ਕਰਾਂਗਾ ਸੰਗਤ ਨੂੰ ਕਿ ਜਦ ਵੀ ਕੋਈ ਇਹੋ ਜਿਹਾ ਮਨ 'ਚ ਆਵੇ, ਕਿਰਪਾ ਕਰਕੇ ਸਾਰਾ ਸ਼ਬਦ ਪੜ੍ਹਨ ਦੀ ਕਿਰਪਾਲਤਾ ਕੀਤੀ ਜਾਏ ਵਿਦ ਰੈਫਰੈਂਸ ਟੂ ਰਹਾਉ ਦੀ ਜਿਹੜੀ ਤੁਕ ਹੈ, ਤੇ ਕਾਫੀ ਗੱਲਾਂ ਜਿਹੜੀਆਂ ਨੇ ਆਪੇ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ। ਤੋ ਸਾਧ ਸੰਗਤ ਸਮਾਂ ਬੜਾ ਹੋ ਰਿਹਾ, ਮੈਂ ਬੇਨਤੀ ਕਰ ਰਿਹਾ ਕਿ ਆਓ ਹੁਣ ਆਪਾਂ ਸਮਾਪਤੀ ਵੱਲ ਚੱਲਦੇ ਹਾਂ। ਗਰੁੱਪ ਚੈਟ ਵਿੱਚ ਡਾਕਟਰ ਕਿਰਪਾਲ ਸਿੰਘ ਜੀ ਨੇ ਲਿਖਿਆ ਵੀ ਜਿਹੜਾ ਗੁਰੂ ਰਾਮਦਾਸ ਸਰਾਂ ਹੈ ਉਹਦਾ ਨਾਮ ਗੁਰੂ ਰਾਮਦਾਸ ਬੁੰਗਾ ਰੱਖ ਦਿੱਤਾ ਜਾਏ। ਤੋ ਸੁਜੈਸ਼ਨ ਤਾਂ ਤੁਹਾਡੀ ਡਾਕਟਰ ਸਾਹਿਬ ਬੜੀ ਵਧੀਆ ਹੈ, ਕਿਉਂਕਿ ਸਾਨੂੰ ਜਿੱਥੇ ਪੁਰਾਤਨ ਮੈਂ ਹੁਣੇ ਹੈਰੀਟੇਜ ਦੀ ਗੱਲ ਕੀਤੀ ਹੈ, ਉੱਥੇ ਸਾਨੂੰ ਜਿਹੜੀ ਪੁਰਾਣੀ ਸਾਡੀ ਸ਼ਬਦਾਵਲੀ ਹੈ, ਬੋਲੇ ਨੇ, ਸਾਨੂੰ ਉਹ ਵੀ ਕਾਇਮ ਰੱਖਣ 'ਚ ਮਤਲਬ ਚੰਗੀ ਲੱਗੇਗੀ, ਅੱਛਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਬੋਲੇ ਸਨ। ਪਰ ਇੱਕ ਗੱਲ ਜ਼ਰੂਰ ਹੈ, ਸ਼੍ਰੋਮਣੀ ਕਮੇਟੀ ਨੂੰ ਇਹ ਸੁਝਾਅ ਦਿੱਤਾ ਜਾ ਸਕਦਾ ਹੈ ਆਪ ਜੀ ਵੱਲੋਂ ਵੀ, ਸਾਰੀ ਸੰਗਤ ਵੱਲੋਂ ਵੀ। ਪਰ ਇੱਕ ਗੱਲ ਜ਼ਰੂਰ ਹੈ ਵੀ ਬੁੰਗੇ ਜਿਹੜੇ ਨੇ ਕੇਵਲ ਰਿਹਾਇਸ਼ ਲਈ ਨਹੀਂ ਸਨ, ਜਿਵੇਂ ਵੀਰ ਅਜੀਤ ਸਿੰਘ ਨੇ ਦੱਸਿਆ ਵੀ ਗਿਆਨੀਆਂ ਦਾ ਬੁੰਗਾ, ਕੀਰਤਨੀਆਂ ਦਾ ਬੁੰਗਾ, ਉੱਥੇ ਨਾਲ ਧਰਮ ਪ੍ਰਚਾਰ ਦੀਆਂ ਗੱਲਾਂ ਵੀ ਹੁੰਦੀਆਂ ਸਨ। ਤੇ ਹੁਣ ਜੇਕਰ ਸਿਰਫ ਸਰਾਵਾਂ ਦੇ ਵਿੱਚ ਇਨ ਐਂਡ ਆਊਟ ਦੀ ਗੱਲ ਹੈ ਤਾਂ ਉਹ ਚਲੋ ਠੀਕ ਹੈ ਵੀ ਆਏ ਗਏ ਲਈ ਸਹੂਲਤ ਹੈ, ਤੇ ਪਰ ਅਸਲ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਸਰਾਂ ਵਿੱਚ ਆ ਕੇ ਠਹਿਰਦਾ ਤਾਂ ਉਹਨੂੰ ਕੋਈ ਗੁਰਮਤਿ ਦੀ ਗੱਲ ਵੀ ਮਿਲੇ। ਇਹ ਨਹੀਂ ਵੀ ਉਹ ਰਾਤ ਕੱਟੇ ਤੇ ਆਪਣਾ ਚਲੇ ਜਾਏ ਅੱਗੇ। ਤੇ ਇਹ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ। ਔਰ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਬਾਕੀ ਜਿਹੜੇ ਗੁਰਦੁਆਰਾ ਸਾਹਿਬਾਨ ਨਾਲ ਸਰਾਵਾਂ ਨੇ ਉਹਨਾਂ ਨੂੰ ਇਹ ਸੁਜੈਸ਼ਨ ਦੇਣੀ ਚਾਹੀਦੀ ਹੈ ਕਿ ਉੱਥੇ ਇਹੋ ਜਿਹਾ ਥੋੜਾ ਜਿਹਾ ਇਹੋ ਜਿਹਾ ਕੋਈ ਸਿਸਟਮ ਸ਼ੁਰੂ ਕੀਤਾ ਜਾਏ ਜਿਹਦੇ ਨਾਲ ਆਉਣ ਜਾਣ ਵਾਲੀ ਰਾਤ ਰਹਿੰਦੀ ਸੰਗਤ ਉਹਨੂੰ ਕੁਛ ਨਾ ਕੁਛ ਉੱਥੋਂ ਗੁਰਮਤਿ ਦੀ ਜਾਂ ਸਾਡੀ ਜਿਹੜੀ ਅਸੂਲ ਹੈ ਉਹਦੀ ਵੀ ਕੁਝ ਪ੍ਰਾਪਤੀ ਹੋ ਸਕੇ। ਇਹ ਮੇਰੀ ਜ਼ਾਤੀ ਰਾਏ। ਤੋ ਸਾਧ ਸੰਗਤ ਜੀ, ਮੈਂ ਸਮਾਂ ਜ਼ਿਆਦਾ ਹੋਣ ਲਈ ਖਿਮਾ ਵੀ ਮੰਗਦਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਵੀ ਖਿਮਾ ਮੰਗਦਾ। ਔਰ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰੋ ਇਸੇ ਤਰ੍ਹਾਂ ਜੁੜੇ ਰਹੋ। ਮੈਂ ਦੋ ਬੇਨਤੀਆਂ ਕਰਨੀਆਂ ਸਨ, ਸਮਾਂ ਹੋ ਗਿਆ, ਮੈਂ ਸ਼ਾਰਟਸ ਕਰਾਂਗਾ। ਇੱਕ ਤੇ ਜਿਹੜੀ ਅਸੀਂ ਹਿੰਦੀ ਦੀ ਕਲਾਸ ਸ਼ੁਰੂ ਕਰ ਰਹੇ ਹਾਂ, ਉਹਦੇ ਲਈ ਕਿਰਪਾ ਕਰਕੇ ਜਿਹੜੇ ਤੁਹਾਡੇ ਨਿਕਟਵਰਤੀ ਜਾਂ ਮਿਲਣ ਵਾਲੇ ਜਿਹੜੇ ਹਿੰਦੀ ਨੂੰ ਅੱਛਾ ਸਮਝਦੇ ਨੇ, ਕਿਰਪਾ ਕਰਕੇ ਉਹਨਾਂ ਦਾ ਸਾਨੂੰ WhatsApp ਨੰਬਰ ਭੇਜੋ ਤੇ ਕਿਸੇ ਵੀ ਵੀਰ ਨੂੰ ਭੇਜ ਸਕਦੇ ਪੈਨਲ, ਤਾਂ ਜੀ ਅਸੀਂ ਜਿਹੜੀ 10 ਮਈ ਤੋਂ ਹਿੰਦੀ ਦੀ ਕਲਾਸ ਸ਼ੁਰੂ ਕਰ ਰਹੇ ਹਾਂ, ਫਿਲਹਾਲ ਹਫਤਾਵਾਰੀ ਹੋਏਗੀ, ਉਹਦੇ ਲਈ ਸਾਨੂੰ ਐਨਰੋਲਮੈਂਟ ਵਿੱਚ ਮਦਦ ਕਰੋ। ਦੂਸਰਾ ਹੈ YouTube ਨੂੰ ਆਪ ਜੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ, ਕਿਉਂਕਿ ਸਾਨੂੰ ਤੀਸਰੇ ਸਾਲ ਸ਼ੁਰੂ ਹੋ ਗਿਆ ਤੇ ਸਾਡੀ ਜਿਹੜੀ ਗਿਣਤੀ ਹੈ YouTube ਦੀ ਸਬਸਕ੍ਰਾਈਬਰਸ ਦੀ ਉਹ ਬੜੀ ਥੋੜੀ ਹੈ, ਇਹ ਕਾਫੀ ਹੋਣੀ ਚਾਹੀਦੀ ਸੀ, ਇਹਦੇ ਧਿਆਨ ਦੇਣਾ।
तो फिर मैं बेनती करदਿਆਂ कि इस तरह कृपा करके सवाल भेजो, अपने सुझाव भेजो, ਤਾਂ ਜੀ ਇਹ ਪ੍ਰੋਗਰਾਮ ਨਿਰੰਤਰ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਚੱਲਣ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੋਇਆ ਫਿਰ ਅਗਲੇ ਸੋਮਵਾਰ ਇਸੇ ਤਰ੍ਹਾਂ ਸਾਰਾ ਪੈਨਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏਗਾ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।